ਸਾਡੇ ਕੋਲੇ ਪਹਿਲਾਂ ਪੋਲੀਟੀਕਲ ਕੌਨਸ਼ੀਅਸਨੈਸ ਆ, ਉਹ ਬੜੀ ਘਾਟ ਆ। ਉਹ ਘਾਟ ਇੰਨੀ ਕੁ ਘਾਟ ਆ ਸਾਡੇ 'ਚ ਵੀ ਸਾਨੂੰ 5 ਸਾਲਾਂ 'ਚ ਇੱਕ ਵੋਟ ਪਾਉਣੀ ਆ, ਅਸੀਂ ਇੱਥੋਂ ਤੱਕ ਹੀ ਸੀਮਤ ਕਰ ਦਿੱਤਾ ਗਿਆ। ਤੇ ਜੇ ਅੱਜ ਕਿਸਾਨਾਂ ਦੀ ਗੱਲ ਕਰੀਏ, ਪੰਜਾਬ ਦਾ ਕਿਸਾਨ ਜਾਂ ਪੰਜਾਬ ਸਰਕਾਰ ਵੀ ਅੱਜ ਮਤੇ ਪਾਸ ਕੀਤੇ ਆ। ਬਾਈ ਜੀ ਨੇ, ਸਰਦਾਰ ਮਨਜੀਤ ਸਿੰਘ ਨੇ ਗੱਲ ਕੀਤੀ, ਉਹਨਾਂ ਨੇ ਮਤੇ ਪਾਸ ਕਰਕੇ ਇੱਕ ਸੇਫ ਪੈਸੇਜ ਲੈ ਲਿਆ ਸਰਕਾਰ ਦਾ। ਔਰ ਇਹ ਗੱਲ ਸਰਕਾਰ ਨੂੰ ਵੀ ਪਤਾ ਵੀ ਉਹਨਾਂ ਮਤਿਆਂ ਦਾ ਕੋਈ ਆਧਾਰ ਹੀ ਨਹੀਂ। ਸਾਡੇ ਦੇਸ਼ ਵਾਲੇ ਮੰਨੀ ਬੈਠੇ ਆ, ਦਿੱਲੀ ਵਾਲੇ, ਵੀ ਬਾਕੀ ਵਖਰੇਵੇਂ ਆ ਨਾ ਜਿਹੜੇ ਸੱਭਿਆਚਾਰਕ ਵਖਰੇਵੇਂ, ਇਹਨੂੰ ਖਤਮ ਕਰੋ। ਇੱਥੋਂ ਤੱਕ ਕਿ ਇਕਨੋਮਿਕ ਵਖਰੇਵੇਂ ਵੀ ਖਤਮ ਕਰੋ। ਪੰਜਾਬ ਜ਼ਿਆਦਾ ਪੈਸੇ ਵੀ ਨਾ ਕਮਾ ਜੇ, ਇਹਨਾਂ ਨੂੰ ਐਗਰੀਕਲਚਰ ਤੇ ਹੀ ਰੱਖੋ। ਜੇ ਐਗਰੀਕਲਚਰ ਵੀ ਇਹਨਾਂ ਤੋਂ ਖੇਤੀ ਵੀ ਕਰਾਉਣੀ ਆ ਤਾਂ ਜਿਵੇਂ ਅਸੀਂ ਨੀਤੀ ਕਰਾਂਗੇ ਉਵੇਂ ਹੀ ਕਰਾਓ। ਸਾਡਾ ਸੱਭਿਆਚਾਰ ਜਾਂਦਾ ਨਾਲ ਹੀ ਸਾਡਾ। ਅੱਜ ਜੇ ਸਾਡੇ ਤੋਂ ਸਾਡੀ ਧਰਤੀ ਜਾਂਦੀ ਔਰ ਇਹ ਕਾਨੂੰਨਾਂ ਨਾਲ ਸਾਡੀ ਧਰਤੀ, ਇਹ ਐਂ ਗੱਲ ਹੋ ਗਈ ਵੀ ਜਿਵੇਂ ਅੰਬਾਨੀ ਨੂੰ ਕਹਿਤਾ, ਅਦਾਨੀ ਨੂੰ ਬਿਠਾ ਕੇ ਵੀ ਪੰਜਾਬ ਤੁਹਾਨੂੰ ਵੇਚਤਾ, ਵੀ ਜਾਓ ਹੁਣ ਜੋ ਉੱਥੇ ਕਰਨਾ ਆਪਣੀ ਡੋਮੀਨੇਸ਼ਨ ਆਪਦਾ ਘਰ ਪਾ ਲਓ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਜਿਹੜੇ ਸ਼ਖਸੀਅਤਾਂ ਜਿਹੜੀਆਂ ਰੂਹਾਂ ਇੱਥੇ ਪਹੁੰਚੀਆਂ, ਉਹਨਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ, ਕਿਉਂਕਿ ਆਪਾਂ ਬੜਾ ਪ੍ਰਚਾਰ ਨਹੀਂ ਕੀਤਾ ਸੀ ਤੇ ਸੁਨੇਹੇ ਘੱਲ ਬੰਦੇ ਵੀ ਨਹੀਂ ਬੁਲਾਏ ਸੀ ਵੀ ਤੁਸੀਂ ਆਓ ਤੇ ਆਪਾਂ ਗੱਲਬਾਤ ਕਰੀਏ। ਇਹ ਆਪਦੀ ਤੁਸੀਂ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਚੱਕ ਕੇ ਇੱਥੇ ਪਹੁੰਚੇ ਹੋ, ਇੱਕ ਗੱਲ ਤਾਂ ਪੱਕੀ ਆ ਵੀ ਹਰ ਬੰਦਾ ਪੰਜਾਬ ਦਾ ਦਰਦ ਆਪਦੇ ਅੰਦਰ ਲਈ ਬੈਠਾ ਵੀ ਇੱਕ ਪੰਜਾਬ ਨੂੰ ਚੰਗਾ ਸਾਰਥਕ ਸਮਾਜ ਦੇਈਏ, ਆਪਾਂ ਸਾਰਥਕ ਸਮਾਜ ਸਿਰਜੀਏ। ਕਿਉਂਕਿ ਹੁਣ ਇਹ ਗੱਲ ਅਸੀਂ ਸਮਝ ਚੁੱਕੇ ਹਾਂ ਵੀ ਹੁਣ ਸਾਡੇ ਤੋਂ ਹੋਰ ਸਹਿਆ ਨਹੀਂ ਜਾਂਦਾ ਜਿੱਧਰ ਨੂੰ ਆਪਾਂ ਤੁਰ ਪਏ। ਚਾਹੇ ਸਾਡੇ ਜਦੋਂ ਸਾਰਥਕ ਸਮਾਜ ਦੀ ਗੱਲ ਕਰਦੇ ਹਾਂ ਤਾਂ ਆਪਸ 'ਚ ਇੱਕ ਸਾਂਝੀਵਾਲਤਾ ਹੋਵੇ, ਪਿਆਰ ਸਤਿਕਾਰ ਹੋਵੇ, ਤਹਿਜ਼ੀਬ ਹੋਵੇ ਇੱਕ ਦੂਜੇ ਨਾਲ ਵਿਚਰਨ ਦੀ। ਜਾਂ ਅੱਜ ਕਿਸਾਨੀ ਸੰਕਟ ਤੇ ਆਪਾਂ ਆ ਕੇ ਖੜੇ ਹੋਏ ਹਾਂ, ਉਸ 'ਚੋਂ ਇੱਕ ਉਭਾਰ ਪ੍ਰਗਟ ਹੋਇਆ, ਉਭਾਰ ਨਿਕਲਿਆ, ਤਾਂ ਉਹਦੀ ਵੀ ਜੜ ਕਿੱਥੇ ਪਈ ਆ। ਹਾਲਾਂਕਿ ਗੱਲ ਆਪਾਂ ਸ਼ੁਰੂ ਕੀਤੀ ਆ, ਆਪਣਾ ਵਿਸ਼ਾ ਜ਼ਰੂਰ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਉਸਾਰਨ ਦਾ, ਪਰ ਮੈਨੂੰ ਲੱਗਦਾ ਔਰ ਅੱਜ ਹੀ ਗੱਲ ਇਹ ਲਹਿਰਾਂ 'ਚ ਕਈ ਵਾਰੀ ਵਿਚਰਦੇ ਹੀ ਰਣਨੀਤੀ ਬਣਾਉਣੀ ਪੈਂਦੀ ਹੁੰਦੀ ਆ। ਲਹਿਰਾਂ 'ਚ ਵਿਚਰਦੇ ਹੀ ਕਈ ਗੱਲਾਂ ਸਾਡੇ ਸਾਹਮਣੇ ਆਉਂਦੀਆਂ। ਤੇ ਮੇਰੀ ਸਮਝ ਜਿੰਨੀ ਕੁ ਬਣੀ ਆ ਉਹ ਇਹ ਆ ਵੀ ਸਾਡੇ ਕੋਲੇ ਪਹਿਲਾਂ ਪੋਲੀਟੀਕਲ ਜਿਹੜੀ ਇੱਕ ਅਵੇਅਰਨੈਸ ਆ ਜਾਂ ਪੋਲੀਟੀਕਲ ਕੌਨਸ਼ੀਅਸਨੈਸ ਆ, ਉਹ ਬੜੀ ਘਾਟ ਆ। ਉਹ ਘਾਟ ਇੰਨੀ ਕੁ ਘਾਟ ਆ ਸਾਡੇ 'ਚ ਵੀ ਸਾਨੂੰ 5 ਸਾਲਾਂ 'ਚ ਇੱਕ ਵੋਟ ਪਾਉਣੀ ਆ, ਅਸੀਂ ਇੱਥੋਂ ਤੱਕ ਹੀ ਸੀਮਤ ਕਰ ਦਿੱਤਾ ਗਿਆ। ਇਦੋਂ ਜ਼ਿਆਦਾ ਪੋਲੀਟੀਕਲ ਇੱਕ ਕੌਨਸ਼ੀਅਸਨੈਸ ਸਾਡੇ ਕੋਲੇ ਹੁੰਦੀ ਨਹੀਂ। ਸਾਡੀ ਬਸ ਵੋਟ ਪਾਓ, ਇੱਕ ਆਪਦਾ ਨੇਤਾ ਚੁਣੋ, ਉਹ ਕੀ ਕਰਦੇ ਆ ਕੀ ਨਹੀਂ ਕਰਦੇ, ਇੱਕ ਪੂਰਾ ਸਿਸਟਮ, ਇੱਕ ਸਟੇਟ ਕਿਵੇਂ ਉਸਾਰ ਦਿੰਦੇ ਆ, ਉਹਦੇ ਪਿੱਛੇ ਵਿਚਾਰਧਾਰਾ ਕੀ ਚੱਲ ਰਹੀ ਆ, ਮਾਨਸਿਕਤਾ ਕੀ ਚੱਲ ਰਹੀ ਆ, ਉਹਨੂੰ ਆਪਾਂ ਕਦੇ ਸਮਝਦੇ ਹੀ ਨਹੀਂ, ਉੱਥੋਂ ਤੱਕ ਜਾਂਦੇ ਹੀ ਨਹੀਂ। ਪਿੱਛੇ ਉਹ ਲੱਖਾ ਬਾਈ ਵੀ ਆਇਆ, ਉਹਨਾਂ ਨੂੰ ਪਲੀਜ਼ ਲੈ ਕੇ ਆਓ। ਬਾਈ ਇੱਧਰ ਆ ਜਾਓ ਪਲੀਜ਼, ਇੱਧਰ ਆ ਜਾਓ, ਇੱਧਰ ਆ ਜਾਓ ਪਲੀਜ਼। ਤੇ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਸੀ, ਵੈਸੇ ਗੱਲ ਖੇਤੀਬਾੜੀ ਮਾਡਲ ਉਸਾਰਨ ਦੀ ਆ ਤੇ ਉਹਦੇ ਤੇ ਉਸ ਤੋਂ ਆਪਾਂ ਜ਼ਿਆਦਾ ਭਟਕਾਂਗੇ ਨਹੀਂ, ਪਰ ਇਸ ਗੱਲ ਨੂੰ ਪੋਲੀਟੀਕਲ ਅਵੇਅਰਨੈਸ ਨੂੰ ਪਹਿਲਾਂ ਆਪਾਂ ਸਮਝਣਾ ਵੀ ਗੱਲ ਕਿੱਥੇ ਆ। ਔਰ ਇਹ ਕਈ ਵਾਰੀ ਇਹਦੇ 'ਚ ਅਸੀਂ ਹੋਰ ਬਹੁਤ ਗੱਲਾਂ ਆਈਆਂ ਹੁਣ ਤਾਂ ਆਈਆਂ। ਬਾਈ ਇੱਧਰ ਆ ਜਾਓ, ਇੱਧਰ ਆ ਜਾਓ ਪਲੀਜ਼, ਆ ਜਾਓ ਇੱਧਰ ਆ ਜਾਓ। ਕਈ ਵਾਰੀ ਲਹਿਰਾਂ 'ਚ ਵੱਖ-ਵੱਖ ਸ਼ਖਸੀਅਤਾਂ, ਵੱਖ-ਵੱਖ ਜਥੇਬੰਦੀਆਂ ਜਾਂ ਪੰਜਾਬ ਇੱਕ ਸੰਘਰਸ਼ ਲੜ ਰਿਹਾ, ਆਪਾਂ ਉੱਥੋਂ ਗੱਲ ਸ਼ੁਰੂ ਕਰਦੇ ਹਾਂ। ਸੰਘਰਸ਼ ਦੋ ਤਰ੍ਹਾਂ ਨਾਲ ਲੜਿਆ ਜਾਂਦਾ ਹੁੰਦਾ। ਇੱਕ ਸੰਘਰਸ਼ ਹੁੰਦਾ ਆਪਦੇ ਹਿੱਤਾਂ ਲਈ, ਆਪਦੇ ਹੱਕਾਂ ਲਈ, ਜਿੱਥੇ ਅਸੀਂ ਕਹਿੰਦੇ ਹਾਂ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ। ਇੱਕ ਸੰਘਰਸ਼ ਹੁੰਦਾ ਜਿਹੜਾ ਕਿਸੇ ਸੋਧਾਂ ਜਾਂ ਕਿਸੇ ਰਿਆਇਤਾਂ ਲਈ ਲੜਿਆ ਜਾਂਦਾ। ਇਹ ਦੋਨੇ ਸੰਘਰਸ਼ ਲੜੇ ਗਏ ਆ ਵੱਖ-ਵੱਖ ਤਰ੍ਹਾਂ ਤੇ। ਮੈਂ ਦੋਨਾਂ ਦੇ ਕੋਈ ਸਹੀ ਜਾਂ ਠੀਕ ਦੇ ਠੱਪੇ ਨਹੀਂ ਲਾ ਰਿਹਾ। ਸੰਘਰਸ਼ ਅਨਿਆਂ ਚੋਂ ਹੀ ਪੈਦਾ ਹੁੰਦੇ ਆ। ਅਨਿਆਂ ਦੇ ਖਿਲਾਫ ਇੱਕ ਆਵਾਜ਼ ਬੁਲੰਦ ਹੁੰਦੀ ਆ ਤੇ ਉੱਥੇ ਆਪਾਂ ਇੱਕ ਸੰਘਰਸ਼ ਲੜਦੇ ਆ, ਕਹਿੰਦੇ ਆ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ ਤੇ ਸਾਡੇ ਨਾਲ ਨਿਆਂ ਹੋਣਾ ਚਾਹੀਦਾ। ਇਹ ਹੁੰਦਾ ਹੱਕਾਂ ਦਾ ਸੰਘਰਸ਼। ਸੋ ਇਹ ਗੱਲ ਹਮੇਸ਼ਾ ਹੀ ਸੰਘਰਸ਼ਾਂ 'ਚ ਰਹੂਗੀ।
पर जिहड़ी गल माड़ी आ ਜਾਂ ਜਿਹੜੀ ਮਾਡਰਨ ਐਜੂਕੇਸ਼ਨ ਨੇ ਇੱਕ ਬਾਈਨਰੀਜ਼ ਕ੍ਰੀਏਟ ਕਰਦੀ ਆ, ਵੱਖਰੇ ਵੱਖਰੇ ਧਿਰ ਕ੍ਰੀਏਟ ਕਰ ਦਿੰਦੀ ਆ। ਜਿਹੜੇ ਬੰਦੇ ਹੱਕਾਂ ਲਈ ਸੰਘਰਸ਼ ਲੜ ਰਹੇ ਆ ਤੇ ਜਿਹੜੇ ਸੋਧਾਂ ਲਈ ਜਾਂ ਰਿਆਇਤਾਂ ਲਈ ਲੜ ਰਹੇ ਆ, ਉਹ ਇੱਕ ਦੂਜੇ ਦੇ ਉਲਟ ਹੋ ਜਾਂਦੇ ਆ, ਇੱਕ ਦੂਜੇ ਦੇ ਉਲਟ ਪੋਜੀਸ਼ਨ ਲੈ ਲੈਂਦੇ ਆ ਉਸੇ ਚੱਲਦੇ ਸੰਘਰਸ਼ 'ਚ। ਮਕਸਦ ਚਾਹੇ ਕਿਸੇ ਦਾ ਉਹਨਾਂ ਦੋਨਾਂ ਦਾ ਸੇਮ ਹੋਵੇ, ਇੱਕ ਦਾ ਛੋਟਾ ਤੇ ਇੱਕ ਦਾ ਵੱਡਾ, ਪਰ ਉਹ ਇੱਕ ਦੂਜੇ ਦੇ ਉਲਟ ਪੋਜੀਸ਼ਨ ਲੈ ਲੈਂਦੇ ਆ। ਸੋ ਇਹ ਬਾਈਨਰੀ ਕ੍ਰੀਏਟ ਹੋਣੀ ਆ ਜਿਹੜੀ, ਔਰ ਜਿਹੜੇ ਬੰਦੇ ਐਨਾਲਾਈਜ਼ ਕਰਦੇ ਆ ਸੰਘਰਸ਼ਾਂ ਨੂੰ, ਉਹ ਵੀ ਫਿਰ ਉਹਨਾਂ ਦੇ ਉਲਟ ਲਿਖਣਾ, ਇੱਕ ਦੇ ਹੱਕ 'ਚ ਤੇ ਇੱਕ ਦੇ ਉਲਟ, ਦੂਜਿਆਂ ਨੇ ਉਹਦੇ ਹੱਕ 'ਚ ਲਿਖਣਾ ਤੇ ਉਹਦੇ ਉਲਟ ਲਿਖਣਾ। ਉਹ ਬਾਈਨਰੀ ਇੰਨੀ ਸਟਰੋਂਗ ਕ੍ਰੀਏਟ ਹੋ ਜਾਂਦੀ ਆ। ਤੇ ਸੰਘਰਸ਼ ਨੂੰ ਐਨਾਲਾਈਜ਼ ਕਰਨਾ, ਜਿਹੜੇ ਐਨਾਲਾਈਜ਼ ਕਰਦੇ ਆ, ਉਹਦਾ ਅਧਿਐਨ ਕਰਦੇ ਆ, ਉਹ ਡਰਾਇੰਗ ਰੂਮਸ 'ਚ ਬੈਠ ਕੇ ਆਪਦੇ, ਉਹਨਾਂ ਨੇ ਤਾਂ ਖਬਰਾਂ ਪੜ੍ਹਨੀਆਂ, ਉੱਥੇ ਬੈਠ ਕੇ ਉਹਦਾ ਅਧਿਐਨ ਕਰਨਗੇ ਤੇ ਉਹਨੂੰ ਐਨਾਲਾਈਜ਼ ਕਰਕੇ ਸਾਡੇ ਸਾਹਮਣੇ ਪੇਸ਼ ਕਰ ਦਿੰਦੇ ਆ, ਫਿਰ ਅਸੀਂ ਉਹਨਾਂ ਨੂੰ ਪੜ੍ਹਦੇ ਆ। ਪਰ ਜਦੋਂ ਕਿਸੇ ਸੰਘਰਸ਼ ਜਾਂ ਲਹਿਰ ਨੂੰ ਅਸੀਂ ਅਧਿਐਨ ਕਰਨਾ ਜਾਂ ਉਹਦੇ ਬਾਰੇ ਕੁਝ ਜਾਣਨਾ, ਤਾਂ ਉਹਦੀ ਜਿਹੜੀ ਰਿਐਲਿਟੀ ਆ ਨਾ, ਉਹ ਬਹੁਤ ਪੱਖੀ ਹੁੰਦੀ ਆ, ਮਲਟੀ ਡਾਇਮੈਂਸ਼ਨਲ ਰਿਐਲਿਟੀ ਹੁੰਦੀ ਆ ਉਹਦੀ। ਜਿਹੜਾ ਗਰਾਊਂਡ ਤੇ ਕੁਝ ਚੱਲ ਰਿਹਾ ਉਹ ਬੜਾ ਹੀ ਵੱਖਰਾ ਵਰਤਾਰਾ ਹੁੰਦਾ, ਤੇ ਜਿਹੜਾ ਕਿਸੇ ਨੇ ਡਰਾਇੰਗ ਰੂਮ 'ਚ ਬੈਠ ਕੇ ਸਮਝ ਕੇ ਲਿਖਣਾ ਉਹ ਬਹੁਤ ਵੱਖਰਾ। ਉਹ ਇੱਕ ਦੋ ਪਹਿਲੂ ਹੀ ਉਹਦੇ ਸਮਝ ਸਕਦੇ ਆ, ਪਰ ਜਿਹੜੀ ਰਿਐਲਿਟੀ ਆ ਉਹ ਹਮੇਸ਼ਾ ਹੀ ਮਲਟੀ ਡਾਇਮੈਂਸ਼ਨਲ ਹੋਊਗੀ, ਬੜੇ ਪੱਖ ਹੋਣਗੇ ਉਹਦੇ। ਸੋ ਲਹਿਰਾਂ ਤੇ ਸੰਘਰਸ਼ਾਂ ਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਕੋਲੇ ਗਰਾਊਂਡ ਰਿਐਲਿਟੀ ਦਾ ਵੀ ਅਨੁਭਵ ਹੋਵੇ, ਤੇ ਜਿਹਦੇ ਕੋਲੇ ਜਿਹੜੀ ਇੱਕ ਮਾਡਰਨ ਐਜੂਕੇਸ਼ਨ 'ਚ ਜਿਵੇਂ ਫਾਰਮੂਲਾਜ਼ ਘੜਤੇ ਵੀ ਜੇ ਪੋਲੀਟੀਕਲ ਜਾਂ ਇੱਕ ਰਾਜਸੀ ਸੰਘਰਸ਼ ਨੂੰ ਦੇਖਣਾ ਤਾਂ ਕਿਵੇਂ ਦੇਖਿਆ ਜਾਣਾ ਚਾਹੀਦਾ, ਉਹਦੇ ਆਹ ਫਾਰਮੂਲਾਜ਼ ਆ ਜਾਂ ਉਹਦੇ ਆਧਾਰ ਹੁੰਦੇ ਆ, ਜਾਂ ਜਿਵੇਂ ਆਪਾਂ ਆਪਦੇ ਹੱਕਾਂ ਲਈ ਸੰਘਰਸ਼ ਲੜ ਰਹੇ ਹਾਂ ਉਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ। ਸੋ ਹੁਣ ਜਿਹੜੀ ਗੱਲ ਤੇ ਮੈਂ ਆ ਰਿਹਾ, ਜਦੋਂ ਤੱਕ ਸਾਡੇ ਕੋਲੇ ਪੋਲੀਟੀਕਲ, ਅਸੀਂ ਖੜੇ ਕਿੱਥੇ ਆ, ਪੋਲੀਟੀਕਲ ਅਵੇਅਰਨੈਸ ਜਾਂ ਕੌਨਸ਼ੀਅਸਨੈਸ ਨਹੀਂ ਹੈ ਨਾ, ਤਾਂ ਸਾਨੂੰ ਇਹ ਵੀ ਨਹੀਂ ਸਮਝ ਆ ਰਿਹਾ ਵੀ ਖੇਤੀਬਾੜੀ ਮਾਡਲ ਕਿਉਂ ਪੰਜਾਬ ਦਾ ਸਾਰਿਆ ਜਾਣਾ ਚਾਹੀਦਾ। ਇਹ ਗੱਲ ਸਮਝਣੀ ਬੜੀ ਜ਼ਰੂਰੀ ਆ, ਕਿਉਂਕਿ ਸਾਡੇ ਕੋਲੇ ਪੰਜਾਬ ਕੋਲੇ ਪੰਜਾਬ ਦੇ ਫੈਸਲੇ ਲੈਣ ਦਾ ਹੱਕ ਨਹੀਂ ਹੈ। ਜੇ ਪੰਜਾਬ ਕੋਲੇ ਪੰਜਾਬ ਦੇ ਫੈਸਲੇ ਲੈਣ ਦਾ ਹੱਕ ਨਹੀਂ ਆ, ਤਾਂ ਸਾਡੇ ਫੈਸਲੇ ਜਦੋਂ ਕੋਈ ਬਾਹਰਲਾ ਲੈਂਦਾ ਤਾਂ ਉਹਦੀ ਸੈਂਸ ਆਫ ਬਿਲੋਂਗਿੰਗਨੈਸ ਸਾਡੀ ਧਰਤੀ ਨਾਲ, ਸਾਡੇ ਲੋਕਾਂ ਨਾਲ, ਸਾਡੇ ਦੇ ਇੱਥੋਂ ਦੇ ਵਾਤਾਵਰਨ ਨਾਲ ਉਹ ਓਨੀ ਨਹੀਂ ਹੋ ਸਕਦੀ ਜਿੰਨੀ ਸਾਡੀ ਆ। ਅੱਜ ਹੀ ਅਸੀਂ ਗੱਲ ਕਰ ਰਹੇ ਸੀ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਯਾਰ ਧਰਤੀ ਤੇ, ਮੈਂ ਅੱਜ ਬਠਿੰਡੇ ਆਇਆ, ਕਈ ਗਲੀਆਂ 'ਚੋਂ ਹੁਣ ਲੰਘਦਾ ਤੇ ਮੈਂ ਦੇਖਿਆ ਕਿਵੇਂ ਛੱਤਿਆ ਪਿਆ ਸ਼ਹਿਰ, ਤੇ ਅਸੀਂ ਅੱਜ ਹੀ ਗੱਲ ਕਰ ਰਹੇ ਸੀ, ਯਾਰ ਧਰਤੀ ਤੇ ਇੰਨਾ ਭਾਰ ਪਾਈ ਜਾਂਦੇ ਆ। ਇਹ ਬਜ਼ੁਰਗਾਂ 'ਚ ਸਾਡਿਆਂ 'ਚ ਇੱਕ ਬਿਲੋਂਗਿੰਗ ਹੁੰਦੀ ਸੀ। ਹਾਲਾਂਕਿ ਕਿਤੋਂ ਚੱਕ ਕੇ ਕਿਤੇ ਭਾਰ ਪੈਣਾ, ਬੈਲੈਂਸ ਤਾਂ ਹੋ ਸਕਦਾ ਉਵੇਂ ਹੀ ਰਹਿਣਾ, ਪਰ ਇਹ ਸੈਂਸ ਆਫ ਬਿਲੋਂਗਿੰਗਨੈਸ ਹੈ ਨਾ ਜਿਹੜੀ, ਉਹ ਲੋਕਲ ਬੰਦਿਆਂ 'ਚ ਜ਼ਿਆਦਾ ਹੋਊਗੀ, ਪਰ ਬਸ਼ਰਤ ਜਿਹੜੇ ਦਿੱਲੀ 'ਚ ਬੈਠੇ ਹੋਣ, ਪਾਰਲੀਮੈਂਟ 'ਚ ਬੈਠ ਕੇ ਸਾਡੇ ਜਿਹੜੇ ਸਿਧਾਂਤ ਜਾਂ ਸਾਡੀਆਂ ਰਣਨੀਤੀਆਂ ਜਾਂ ਸਾਡੀਆਂ ਨਵੀਆਂ ਨੀਤੀਆਂ ਇੱਥੇ ਕੀ ਉਹਨਾਂ ਨੇ ਸਾਡੇ ਤੇ ਲਾਗੂ ਕਰਨੀਆਂ, ਉਹ ਘੜਦੇ ਹੋਣ। ਅੱਜ ਜਿਹੜੀ ਨਵੀਂ ਮਾਡਰਨ ਐਜੂਕੇਸ਼ਨ ਦੇ ਨਾਲ ਜਾਂ ਨਵੀਂ ਮਾਡਰਨ ਸਿਵਲਾਈਜੇਸ਼ਨ ਇੱਕ ਕ੍ਰੀਏਟ ਹੋ ਰਹੀ ਆ, ਉਹਨਾਂ ਨੇ ਵੀ ਇਹ ਗੱਲ ਸਮਝ ਲਈ ਵੀ ਜਿਹੜੀ ਲੋਕਲਾਈਜ਼ਡ ਡਿਵੈਲਪਮੈਂਟ, ਇੱਕ ਸਾਰਥਿਕ ਵਿਕਾਸ ਲੋਕਲਾਈਜ਼ਡ ਡਿਵੈਲਪਮੈਂਟ ਨਾਲ ਹੋ ਸਕਦਾ, ਸੈਂਟਰਲਾਈਜ਼ਡ ਡਿਵੈਲਪਮੈਂਟ ਨਾਲ ਸਾਰਥਿਕ ਵਿਕਾਸ ਨਹੀਂ ਹੋ ਸਕਦਾ। ਸੋ ਇਸ ਕਰਕੇ ਅਸੀਂ ਜਿਹੜਾ ਸੰਘਰਸ਼ਾਂ ਦੇ ਹੱਕਾਂ ਦੀ ਗੱਲ ਕਰ ਰਹੇ ਹਾਂ, ਗੱਲ ਇੱਥੇ ਆ ਗਈ ਆ ਵੀ ਸਾਡੇ ਕੋਲੇ ਸਾਡੇ ਫੈਸਲੇ ਲੈਣ ਦੇ ਹੱਕ ਹੋਣ। ਤੇ ਜੇ ਅੱਜ ਕਿਸਾਨਾਂ ਦੀ ਗੱਲ ਕਰੀਏ, ਪੰਜਾਬ ਦਾ ਕਿਸਾਨ ਜਾਂ ਪੰਜਾਬ ਸਰਕਾਰ ਵੀ ਅੱਜ ਮਤੇ ਪਾਸ ਕੀਤੇ ਆ। ਬਾਈ ਜੀ ਨੇ, ਸਰਦਾਰ ਮਨਦੀਪ ਸਿੰਘ ਨੇ ਗੱਲ ਕੀਤੀ, ਉਹਨਾਂ ਨੇ ਮਤੇ ਪਾਸ ਕਰਕੇ ਇੱਕ ਸੇਫ ਪੈਸੇਜ ਲੈ ਲਿਆ ਸਰਕਾਰ ਦਾ, ਔਰ ਇਹ ਗੱਲ ਸਰਕਾਰ ਨੂੰ ਵੀ ਪਤਾ ਵੀ ਉਹਨਾਂ ਮਤਿਆਂ ਦਾ ਕੋਈ ਆਧਾਰ ਹੀ ਨਹੀਂ ਹੈ, ਉਹ ਕੁਝ ਕਰ ਨਹੀਂ ਸਕਦੇ। ਉਹ ਮਤੇ ਪਾਸ ਕਰਕੇ ਨਵੇਂ ਬਿੱਲ ਇੰਟਰੋਡਿਊਸ ਕਰਤੇ। ਜੇ ਅੱਜ ਉਹ ਕੋਈ ਪਾਲਿਸੀ ਪੰਜਾਬ ਵਾਸਤੇ ਘੜਨ ਤਾਂ ਪੰਜਾਬ ਵਾਸਤੇ ਉਹ ਪਾਲਿਸੀ ਘੜ ਨਹੀਂ ਸਕਦੇ, ਕਿਉਂਕਿ ਸਾਰੀ ਪਾਵਰ ਦਿੱਲੀ ਕੋਲੇ ਪਈ ਹੈ, ਸਾਰੀ ਸੈਂਟਰਲਾਈਜ਼ ਕੀਤੀ ਹੋਈ ਆ ਪਾਵਰ ਉਹਨਾਂ ਨੇ, ਤੇ ਦਿੱਲੀ ਨੇ ਆਪਦੇ ਹਿਸਾਬ ਨਾਲ ਨੀਤੀਆਂ ਘੜਨੀਆਂ, ਆਪਦੇ ਹਿਸਾਬ ਨਾਲ ਉਹ ਪਾਵਰ ਜਿਹੜੀ ਉਹਦੀ ਇੰਪਲੀਮੈਂਟੇਸ਼ਨ ਆ ਜਾਂ ਉਹਨੂੰ ਐਕਸਰਸਾਈਜ਼ ਕਿਵੇਂ ਕਰਨਾ ਪਾਵਰ ਨੂੰ, ਉਹ ਆਪਦੇ ਹਿਸਾਬ ਨਾਲ ਕਰਨਾ। ਪਹਿਲਾਂ ਤਾਂ ਉਹਨੂੰ ਸੈਂਟਰਲਾਈਜ਼ ਕਰ ਲੈਂਦੇ ਆ, ਸਮੇਂ ਤੋਂ ਸੰਵਿਧਾਨ 'ਚ ਸੋਧਾਂ ਕਰ ਕਰਕੇ ਪਾਵਰ ਨੂੰ ਸੈਂਟਰਲਾਈਜ਼ ਕਰ ਲਿਆ, ਉਸ ਤੋਂ ਬਾਅਦ ਉਹ ਪਰਸਨਲਾਈਜ਼ ਕਰ ਲੈਂਦੇ ਆ। ਅੱਜ ਪਾਵਰ ਜਿਹੜੀ, ਉਹ ਤੁਸੀਂ ਇਹ ਦੇਖ ਲਓ ਵੀ ਮੋਦੀ ਤੇ ਅਮਿਤ ਸ਼ਾਹ, ਇਹ ਦੋ ਬੰਦਿਆਂ ਕੋਲੇ, ਬਾਕੀ ਸਾਰੇ ਮੋਹਰਾਂ ਲਾਉਂਦੇ ਆ ਉੱਥੇ।
होर किसी खेतीबाड़ी मिनिस्टर का, किसी IMB मिनिस्टर का, किसी विदेश मिनिस्टर का कोई औकात ही नहीं है। और मैं तो बड़े नेड़ेों देखी है यह गल। सो जो पावर इन्नी सेंट्रलाइज होगी और उस बादशाही सिस्टम नूं तोड़ के इन्होंने एक डेमोक्रेसी घड़ी भी डेमोक्रेटिक सिस्टम आ जिथे लोगों की गल होनी चाहिए, इट इज बाय द पीपल फॉर द पीपल ऑफ द पीपल, दैट्स व्हाट डेमोक्रेसी इज, राइट। प्रीएम्बल जिहड़ा कॉन्स्टिट्यूशन संविधान दा तां उही है ना, पर असल च हुण तुसीं मिला लो फैडरल या डेमोक्रेटिक स्ट्रक्चर नूं, असल च जो वापरदा वो बिल्कुल इहदे उल्ट है। सो असीं जिहड़ी लड़ाई लड़ रहे हैं वो आपां किसी उस डेमोक्रेटिक सिस्टम, उस फैडरल सिस्टम, उस सैकुलर सिस्टम के कोई डोमेन तो बाहर नहीं लड़ रहे। असीं लड़ाई ही वो लड़ रहे हैं जिहड़ा इन्हां ने संविधान च लिखता। जे दिल्ली की गल करिए, संविधान भी उत्थे कुछ बंदियां ने ही बनाया ना, सारे मुल्क ने, सारे लोगों ने उहदे च आपदी शमूलीयत नहीं की। कुछ उस वेले दे अलीट ने उहदे च बड़ा कुछ सोधा होने वालियां, बड़े वड्डे लैवल ते संविधान च सोधा होने वालियां जिन्हों सानू चैलेंज करना पऊगा। जदों तक उस लैवल की डेमोक्रेटाइजेशन, टोटल डेमोक्रेटाइजेशन नहीं होगी, उदों तक यह बादशाही सिस्टम ही आ, तानाशाही या फर्शीवाद जिहड़े अज अपने कॉम्युनिस्ट भी आके जदों कोई माड़ा मोटा धक्का हुंदा तां इकट्ठे होकर मोमबत्तियां या फड़ के मार्च करना शुरू कर दिंदे हैं ना। गल तां वो भी उही कर रहे हैं भी फर्शीवाद। सो गल है बाइनरीज जिहड़ियां क्रिएट होईयां, एक तां जिहड़ियां इह आपस च एक विरोधता दी पोजीशन ले लैंदियां, ये बड़ी माड़ी गल है। और लड़ाई अज इस संघर्ष चों सानू ये पता लग गया भी साडी लड़ाई दिल्ली नाल है, ते दिल्ली नाल साडी डिसेंट्रलाइजेशन ऑफ पावर की लड़ाई है। जे पावर नूं इन्ना ज़्यादा इकट्ठा कर लैणगे, फिर पिंड च रहण वाले लोग, शहर च रहण वाले लोग, सूबिਆਂ च रहण वाले लोग आपदियां नीतियां ही नहीं कढ सकणगे। तो जे आपदियां नीतियां नहीं कढ सकदे असीं, फिर साडे कोल एग्रीकल्चर मॉडल कित्थे है? साडा वो तां है ही नहीं ना। वो तां पंजाब तो उदों लै गए जदों 1849 साडा आपदा किते राज हुंदा सी, ते वो राज भी खालसे दा राज क्यों कहा गया? क्योंकि देखो श्री गुरु ग्रंथ साहब नूं असीं एक धर्म या एक खित्ते च एक कौम दा धार्मिक ग्रंथ आ, ते साडे गुरु कौम ना देखिए वो एक यूनीवर्सल मॉडल आ जिहदे च गल कीती गई आ परोपकार दी, जिहदे च सरबत दे भले दी गल कीती गई आ, सांझी वालता दी गल कीती गई आ, जिहदे च जे असीं विद्या दी गल करदे हां तां विद्या परोपकार लई, विद्या विचारी तां परोपकारी, जिहदे च सबर ते संतोख दी गल कीती गई है, एक चंगा मनुख सिरजण की गल की गई है। क्योंकि मनुख समाज की एक मुढ़ली इकाई है। जदों तक वो मनुख ते काम नहीं होगा, असीं आपदे किरदारां नूं उन्हां ते काम नहीं करांगे, उदों तक एक चंगा समाज सिरजिया ही नहीं जा सकता। ये लॉ बना बना के थक के वैसटर्न सिविलाइजेशन ने देखो किन्ने लॉ बना के, किन्ने उन्होंने करड़े तरीके नाल लागू कर कर थक के, पर हजे तक किते भी समाज च कोई चंगा सार्थक समाज, एक माड़ा मोटा पिंड ही उसारता हो जिथे कोई क्राइम ना हो या एक दूजे नाल धक्का ना हो, लालच ना होया ही नहीं। ये उदों तक नहीं हो सकता जदों तक मनुखा के मन नूं असीं संबोधन नहीं करते। सो सानू किरदारां ते काम करना, ये श्री गुरु ग्रंथ साहब तो सानू सेध मिलती है। और अज पंजाब आपदी होंद की लड़ाई लड़ रहा सी, दमदमा श्री दमदमा साहब भी यही गल कर रहे सी, जदों होंद की लड़ाई लड़ रहा, बहुत बंदियां नूं तां इह गल नहीं समझ आउंदी भी होंद ते गल किवें आ गई, ते होंद की लड़ाई क्यों लड़नी है यार। इंसानियत की गल करो, एक यूनीवर्सलिज्म की गल करो, तो यह गल भी आपां नूं सही लगती है भी गल तां इंसानियत की होनी चाहिए है। पर इंसानियत जिहड़ी आ वो भी होंद च किवें वसदी है, या ओह साडी अज आपदी विलखणता आपदी पछाण च किवें वसदी है, इस वनसवनता च किवें वसदी है। ये किसी विद्वान ने गल कही सी दैट जिहड़ा यूनीवर्सलिज्म है ना, इट रिजाइड्स इन पर्टिकुलरलिज्म। पर्टिकुलरलिज्म जिवें अपनी आप दी होंद आ, इनू पर्टिकुलरलिज्म कहते हैं। सारे दुनिया च, सारे खिते च, इस धरती ते या इस मुल्क च इक्को तरह की कौम नहीं पैदा की जा सकती। जिवें इक्को तरह की फसल नहीं लाई जा सकती, इक्को तरह के फुल नहीं लाए जा सकते,
उन्होंने होना ही नहीं, जे होणगे तो बड़ा बोरिंग हो जाऊगा सब कुछ। सो इंसानियत भी या यूनिवर्सलिज्म भी साडी होंद दे करके ही बचदा ते खूबसूरत बनदा। ते अज जिहड़ा दिल्ली या एक मॉडर्न सोसाइटी वैसट तो चली हुई गल की कर रही है, वो थोड़े विलक्षणता नूं, थोड़े सभ्याचार नूं, क्योंकि किसी भी पॉलिसी दे दो नुकते हुंदे आ, एक उहदे या दो पहलू हुंदे आ, एक इंटरनल ते एक्सटर्नल। इंटरनल तां जिहड़े आपां आपदे समाज च या इस सारे देश के समाज च समझ सकते हैं। एक्सटर्नल आ जिहड़े इंटरनैशनल लैवल ते वो किवें मैटर करते हैं या उन्हां दे की प्रभाव है या उत्थों की इंपैक्ट आउंदा उस पॉलिसी दे। सो सानू इंटरनल तां इह गल साडे देश वाले मन्नी बैठे है, दिल्ली वाले, भी बाकी वखरेवे है ना जिहड़े सभ्याचारक वखरेवे, इनू खत्म करो। इत्थों तक कि इकनॉमिक वखरेवे भी खत्म करो। पंजाब ज़्यादा पैसे भी ना कमा जे, इन्हों एग्रीकल्चर ते ही रखो। जे एग्रीकल्चर भी इन्हों तो खेती भी करानी है तो जिवें असीं नीति घड़ांगे उवें ही कराओ। तो इत्थे सानू कदे एग्रीकल्चर इकोनॉमी तो असीं जे इंडस्ट्री इकोनॉमी दे वल गए हैं, वो कदे मिली हुई नहीं। और इन्होंने परपसली नहीं दिती पंजाब नूं इंडस्ट्री, क्योंकि इन्होंने पता मेहनती लोग आ, जमीन बड़ी जरखेज आ, स्रोत भी इन्हों कोले हैगे आ, पानी स्किल भी हैगा इन्हों कोले, धरती आबो हवा सब कुछ मिला के तो इन्होंने तो इत्थों आपदा पैदा कर कर खाना। तो इन्हों जे इंडस्ट्री भी दे दी तो होर ज़्यादा पर कैपिटा इनकम या इकोनॉमी वाइज स्ट्रोंग हो जाएंगे। तो वो भी एक वखरेवा जिहड़ी कदे नहीं सरकार चाहती, क्योंकि उन्होंने ऐ लगता भी जिथों के लोग जे ज़्यादा पढ़ लिख गए तो ज़्यादा वो इकोनॉमी वाइज स्ट्रोंग हो गए तो इन्हों ऐ लगन लग जूगा भी बाकी देश इन्हों ते भार आ, तो इन्हों च वो भी सानू वख करो वाली गल आ जूगी। इन्हों की सोच है और हो सकता आ भी जाती होवे किते। पर पंजाब की धरती जिहड़े सिद्धांत ते खड़ी आ, जिहड़े श्री गुरु ग्रंथ साहब का पहरा साडे ते, सानू उदों ही वो ताड़ दिंदा भी यार सिख तो आए नहीं हो सकता या पंजाबी आए नहीं हो सकता, या गुरु नानक साहब उदों ही वो पहरादारी असीं किवें भुल जांगे भी असीं तो आए नहीं हो सकते। फिर सर्विस उस तो बाद गल अगली तुरदी है जिस एग्रीकल्चर इकोनॉमी तो इंडस्ट्री, इंडस्ट्री तो सर्विस इकोनॉमी। असीं सर्विस इकोनॉमी भी नहीं है। तो अज साडी एग्रीकल्चर इकोनॉमी ते भी आके इन्होंने डाका मार लिया। तो असीं कहने बचाओ हुण होंद तो बचानी है, क्योंकि वो यूनिवर्सलिज्म आ जिहड़ा इंसानियत जे उत्थे होंदा बचा के रखांगे तां ही उहदे च असीं आपदा हिस्सा पा सकते हैं, क्योंकि हर बंदा आपदी पछाण तो जाणिया जांदा। सो अगली गल साडा सभ्याचार जांदा नाल ही सारा। अज जे साडे तो साडी धरती जांदी है और एक कानूना नाल साडी धरती, ये ऐ गल हो गई भी जिवें अंबानी नूं कहता, अदानी नूं बिठा के भी पंजाब तुहानूं वेचता भी जाओ हुण जो उत्थे करना आपदा डोमीनेशन आपदा गलबा पा लो। तो जिवें मैं कहा आपां प्रचार करके नहीं सदे बंदे, ये उही रूहां जिहड़ियां आवाज़ बुलंद करनियां चाहुंदियां ते जिहड़े पंजाब दे दर्द आपदे अंदर सांभी बैठियां। एक गल आपां नूं पता भी इस राज च या किसी भी राज च उदों तक साडे ते कोई जबर जुल्म नहीं हुंदा जद तक असीं अपनी आवाज़ नहीं बुलंद करते। उदों तक जिवें रही जाने और रही जाओ, इन्हों कोई फर्क नहीं पैंदा, इन्हों के हिसाब नाल रही जाओ। जदों आवाज़ बुलंद करांगे उदों फिर साडी प्रीख्या उस वेले शुरू हुंदी है, जबर ते जुल्म उस वेले शुरू हुंदा। आपदे हक्कां लई करोगे तो फिर होर ज़्यादा होऊगा, जे रियायतां लई करदे हो सकदा उस लैवल तक गल नहीं बननी सी। सो साडी लोड़ अज जिहड़ी आ ना वो खुद मुख्तियारी दी है। जे साडा खेतीबाड़ी का ढांचा होवे वो भी खुद मुख्तियार ढांचा होवे, पंजाब दे किसान पंजाब दे लोग डिसाइड करन साडा मॉडल की होना चाहिए। अज जे आपां इकट्ठे होए हां या साडी एक पोलीटिकल अवेयरनैस उहदे च भी खुद मुख्तियारी, क्योंकि जे तुहाडे कोले तुहाडीआं नीतियां ही नहीं कढ सकदे तुहाडे लीडर, तो फिर उन्हां तो आपां आस भी की रखांगे। उन्होंने दिल्ली वाले नाल साझा ही पाउणी है ना जाके, फिर तां वो सिस्टम ही उन्होंने इहो जिहा उसारता भी जिहड़ा उन्हां दे हिसाब नाल चलदा ते करप्ट आ उही चल सकदा, जिहड़ा उन्हां दे हिसाब नाल नहीं चलदा ਉਹਨੂੰ ਵਿੱਚੋਂ ਐਨ ਸਿਸਟਮ ਐਨ ਜਿਵੇਂ ਪਾਸੇ ਕੱਢ ਕੇ ਰੱਖ ਦਿੰਦਾ।
ਤੇ ਉਹਨਾਂ ਦੇ ਢੰਗ ਹੈਗੇ ਆ ਇਹਨਾਂ ਕੋਲੇ। ਸੋ ਇਹ ਕਨਸਪੀਰੇਸੀਜ਼ ਥਿਊਰੀਜ਼ ਆ। ਪਹਿਲਾਂ ਮੈਨੂੰ ਐਂ ਲੱਗਦਾ ਸੀ, ਸੌਰੀ ਮੈਂ ਥੋੜਾ ਜਿਹਾ ਹੋਰ ਪਾਸੇ ਹੋ ਸਕਦਾ ਲੈ ਗਿਆ ਹੋਵਾਂ ਟੌਪਿਕ, ਪਰ ਪਹਿਲਾਂ ਪੋਲੀਟੀਕਲ ਅਵੇਅਰਨੈਸ ਹੈ ਨਾ ਜਿਹੜੀ, ਇੱਕ ਪੋਲੀਟੀਕਲ ਕੌਨਸ਼ੀਅਸਨੈਸ, ਉਹਦੀ ਬਹੁਤ ਵੱਡੀ ਜ਼ਰੂਰਤ ਆ। ਸੋ ਇਸ ਕਰਕੇ ਆਪਾਂ ਇਕੱਠੇ ਹੋਏ ਆ। ਇਹ ਆਵਾਜ਼ ਸਾਡੀ ਬਹੁਤ ਦੂਰ ਤੱਕ ਜਾਣੀ ਚਾਹੀਦੀ ਆ। ਔਰ 2-3 ਗੱਲਾਂ ਇੱਕ ਹੋਰ ਹੁੰਦੀਆਂ, ਸੰਘਰਸ਼ ਆਪਾਂ ਪੈਦਾ ਕਰ ਲੈਂਦੇ ਆ, ਬੰਦਿਆਂ ਨੂੰ ਮੋਬਿਲਾਈਜ਼ ਕਰ ਦਿੰਦੇ ਆ। ਸੋ ਦੇਰ ਆਰ few who can mobilize, ਉਹ mobilizers ਹੁੰਦੇ ਆ, but there are few who are organizers and there are very few who are mobilizers and organizers both। ਤਾਂ ਹੁਣ ਸਾਨੂੰ mobilize ਵੀ ਕਰਨਾ ਪੈਣਾ, organize ਵੀ ਕਰਨਾ ਪੈਣਾ। ਔਰ ਜਦੋਂ ਤੱਕ ਅਸੀਂ mobilize ਕਰਕੇ organize ਨਹੀਂ ਕਰਾਂਗੇ, ਉਦੋਂ ਤੱਕ ਅਸੀਂ ਇੱਕ ਪਹਿਰੇਦਾਰੀ ਵਾਲਾ ਸਿਸਟਮ ਵੀ ਕ੍ਰੀਏਟ ਨਹੀਂ ਕਰ ਪਾਵਾਂਗੇ, ਤੇ ਉਦੋਂ ਤੱਕ ਗੱਲ ਵੀ ਨਹੀਂ ਬਣਨੀ ਸਾਡੇ ਕੋਲੋਂ। ਔਰ ਇੱਥੇ ਇੱਕ ਬੰਦੇ ਮੂਹਰੇ ਲੱਗਣ ਦੀ ਗੱਲ ਨਹੀਂ ਆ ਵੀ ਅੱਜ ਲੱਖਾ ਬਾਈ ਆ, ਸਦਾਮਨ ਧੀਰ ਸਿੰਘ ਆ ਜਾਂ ਮੈਂ ਆ। ਸਾਨੂੰ ਕਲੈਕਟਿਵ ਲੀਡਰਸ਼ਿਪ ਪੈਦਾ ਕਰਨੀ ਪੈਣੀ, ਉਹ ਬੜੀ ਜ਼ਰੂਰੀ ਆ ਸਾਡੇ ਲਈ। ਜੇ ਕਲੈਕਟਿਵ ਲੀਡਰਸ਼ਿਪ ਹੋਊਗੀ, ਫਿਰ ਇੱਕ ਅੱਧਾ ਬੰਦਾ ਥਿਰਕਦਾ ਵੀ ਆ, ਉਹਦੇ ਤੇ ਕੋਈ ਭਾਰ ਨਹੀਂ ਪੈਂਦਾ, ਸਮਾਜ ਤੇ ਭਾਰ ਨਹੀਂ ਪੈਂਦਾ, ਉਹ ਥਿਰਕਦਾ ਤਾਂ ਥਿਰਕੀ ਜਾਵੇ। ਜਿਹੜੀ ਗੱਲ ਤੁਸੀਂ ਇੱਕ ਕ੍ਰੀਏਟ ਕਰਤੀ, ਪੈਦਾ ਕਰਤੀ, ਸਿਰਜਤੀ, ਉਹ ਉੱਥੇ ਹੀ ਖੜੀ ਹੈ। ਦੂਜੇ ਬੰਦੇ ਉਹਨੂੰ ਚੱਕ ਲੈਂਦੇ ਆ, ਉਹ ਲੜੇ ਜਾਂਦੇ ਆ ਉਸ ਗੱਲ ਤੇ। ਸੋ ਪੰਜਾਬ, ਇੱਕ ਵਾਰੀ ਅਸੀਂ ਫੇਰ ਕਹਿੰਦੇ ਸੀ ਵੀ ਪੰਜਾਬ ਦਾ ਭਲਾ ਤਾਂ ਹੀ ਆ ਜੇ ਅਸੀਂ ਸੰਘਰਸ਼ਾਂ 'ਚ ਰਹੀਏ ਹੁਣ, ਕਿਉਂਕਿ ਇਦੋਂ ਬਿਨਾਂ ਇਹ ਪੋਲੀਟੀਕਲ ਅਵੇਅਰਨੈਸ ਜਾਂ ਇਹ ਚੇਤਨਾ ਵੀ ਨਹੀਂ ਪੈਦਾ ਹੁੰਦੀ, ਇੱਕ ਸਮਾਜਿਕ ਚੇਤਨਾ ਵੀ ਨਹੀਂ ਪੈਦਾ ਹੁੰਦੀ। ਜਿਵੇਂ ਸਿੰਘ ਕਹਿੰਦੇ ਹੁੰਦੇ ਸੀ, ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਸੋ ਹੁਣ ਉਹ ਟਾਈਮ ਸਾਡੇ ਤੇ ਫੇਰ ਆ ਗਿਆ। ਸਾਨੂੰ ਇਹ ਗੋਲਡਨ ਪੀਰੀਅਡ ਆ, ਕਿਉਂਕਿ ਅਦਰਵਾਈਜ਼ ਪਦਾਰਥਵਾਦ ਤੇ ਮਟੀਰੀਅਲਿਜ਼ਮ ਨੇ ਸਾਨੂੰ ਇੰਨਾ ਕਮਜ਼ੋਰ ਕਰਤਾ ਸੀ। ਅੱਜ ਤੁਸੀਂ ਜਜ਼ਬਾ ਦੇਖੋ, ਔਰ ਜਜ਼ਬਾ, ਮੈਂ ਆਪਦੇ ਆਪ ਨੂੰ ਨਹੀਂ ਕਦੇ ਸੋਚ ਸਕਦਾ ਸੀ ਵੀ ਮੈਂ ਵੀ ਲੜੂੰਗਾ, ਕਿਉਂਕਿ ਮੈਂ ਵੀ ਉਸ ਮਟੀਰੀਅਲਿਜ਼ਮ ਦਾ ਪਾਰਟੀ ਆ, ਉੱਥੋਂ ਹੀ ਆਇਆ। ਅਦਰਵਾਈਜ਼ ਏਡੀਆਂ ਮਹਿੰਗੀਆਂ ਕਾਰਾਂ ਮੈਂ ਕਿਉਂ ਖਰੀਦਣੀਆਂ ਸੀ? ਬੜਾ ਸਿੰਪਲ ਲਿਵਿੰਗ ਪਹਿਲਾਂ ਤੋਂ ਸ਼ੁਰੂ ਕਰ ਸਕਦੇ ਸੀ। ਪਰ ਮੈਂ ਵੀ ਉਸ ਮਟੀਰੀਅਲਿਜ਼ਮ ਦਾ ਗੁਲਾਮ ਆ। ਪਰ ਜਦੋਂ ਅਸੀਂ ਜਾਗਦੇ ਹਾਂ, ਉਦੋਂ ਪਤਾ ਲੱਗਦਾ ਵੀ ਅਸੀਂ ਮਟੀਰੀਅਲਿਜ਼ਮ ਦੇ ਗੁਲਾਮ ਨਹੀਂ ਹੋ ਸਕਦੇ। ਮਟੀਰੀਅਲਿਜ਼ਮ ਨੂੰ ਰੱਦ ਨਹੀਂ ਕਰਦੇ ਆਪਾਂ, ਅਸੀਂ ਮਿਹਨਤੀ ਲੋਕ ਆ। ਜੇ ਮਿਹਨਤ ਕਰਕੇ ਆਪਦਾ ਚੰਗਾ ਖਾਵਾਂਗੇ, ਪੀਵਾਂਗੇ, ਪਹਿਨਾਂਗੇ ਨਹੀਂ, ਫਿਰ ਕੀ ਮਤਲਬ? ਪਰ ਮਟੀਰੀਅਲਿਜ਼ਮ ਦੇ ਗੁਲਾਮ ਨਹੀਂ ਹੋ ਸਕਦੇ ਅਸੀਂ। ਸੋ ਇਸ ਕਰਕੇ ਹੁਣ ਜਿੰਨੀਆਂ ਕੁ ਗੱਲਾਂ ਮੇਰੇ ਮਨ 'ਚ ਸੀ, ਜਾਂ ਬਿਨਾਂ ਕਿਸੇ ਪਲੈਨਿੰਗ ਤੋਂ ਗੱਲ ਖੇਤੀਬਾੜੀ ਦੀ ਕਰਨੀ ਸੀ, ਉਹ ਖੇਤੀਬਾੜੀ ਮਾਡਲ ਉਸਾਰਨ ਤੋਂ ਪਹਿਲਾਂ ਇੱਕ ਪੋਲੀਟੀਕਲ ਅਵੇਅਰਨੈਸ ਤੇ ਖੇਤੀਬਾੜੀ ਮਾਡਲ ਕਿਉਂ ਚਾਹੀਦਾ ਤੇ ਸਰਕਾਰ ਕੀ ਕਰ ਰਹੀ ਆ, ਇਹਨਾਂ ਗੱਲਾਂ ਦੀ ਸਮਝ ਹੋਣਾ ਸਾਡੇ ਲਈ ਮੇਰੇ ਖਿਆਲ 'ਚ ਬੜਾ ਜ਼ਰੂਰੀ ਆ। ਸੋ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ।